देखो सिर्फ ਜਿਹੜਾ ਉਸ ਬੰਦੇ ਨੂੰ ਮਾਰਿਆ ਉਹ ਗਲਤ ਕਾਰਨਾਮੇ ਤੱਕ ਗੱਲ ਸੀਮਤ ਨਹੀਂ। ਇਹਦੀਆਂ ਜਿਹੜੀਆਂ ਫੋਟੋ ਸਾਹਮਣੇ ਆਈਆਂ ਨੇ ਤੋਮਰ ਦੇ ਨਾਲ, ਹੁਣ ਅਮਨ ਸਿੰਘ ਜਿਹੜਾ ਉਹ ਕਹਿ ਰਿਹਾ ਜੀ ਕਿ ਮੈਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਨ ਲਈ ਗਿਆ ਸੀ, ਤੇ ਤੋਮਰ ਤੇ ਕ੍ਰਿਸ਼ੀ ਮੰਤਰੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਹੋਣੀ ਸੀ ਤੇ ਉਹ ਹੋਮ ਮਿਨਿਸਟਰ ਨਾਲ ਹੋਣੀ ਸੀ ਜਾਂ ਪ੍ਰਾਈਮ ਮਿਨਿਸਟਰ ਨਾਲ ਹੋਣੀ ਸੀ। ਉਹਦਾ ਤਾਂ ਕੋਈ ਰੋਲ ਹੀ ਨਹੀਂ ਉਹਦੇ ਵਿੱਚ। ਜੇ ਵਿਚੋਲਾਪਨ ਕਰਨ ਲਈ ਗਿਆ ਸੀ ਤਾਂ ਪਹਿਲਾਂ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲ ਕਰਦਾ ਕਿ ਜੀ ਮੈਂ ਗੱਲ ਕਰਨ ਲਈ ਜਾ ਰਿਹਾ, ਆ ਕੇ ਉਹਨਾਂ ਨਾਲ ਗੱਲ ਕਰਦਾ ਕਿ ਮੇਰੀ ਇਹ ਗੱਲਬਾਤ ਹੋਈ ਹੈ, ਕੀ ਤੁਸੀਂ ਸਹਿਮਤ ਹੋ ਨਹੀਂ ਸਹਿਮਤ ਹੋ। ਕੋਈ ਅੱਜ ਤੱਕ ਉਹਨੇ ਦੱਸਿਆ ਹੀ ਨਹੀਂ, ਨਾ ਉਹਨੇ ਜਾਣ ਤੋਂ ਪਹਿਲੇ ਦੱਸਿਆ ਨਾ ਆ ਕੇ ਦੱਸਿਆ। ਔਰ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਘੜੀ ਗਈ ਹੈ ਔਰ ਉਹਦੇ ਵਿੱਚ ਸਰਕਾਰ ਦਾ ਹੱਥ, ਸਰਕਾਰੀ ਏਜੰਸੀਆਂ ਦਾ ਹੱਥ ਜਿਹੜਾ ਉਹ ਸਾਫ਼ ਨਜ਼ਰ ਆ ਰਿਹਾ। ਇੱਕ ਸੰਘਰਸ਼ ਹੈ ਕਿਸਾਨਾਂ ਦਾ, ਹਾਲਾਂਕਿ ਇਹਦਾ ਅਸਰ ਕਿਸਾਨਾਂ ਤੱਕ ਸੀਮਤ ਨਹੀਂ। ਇਹ ਗੱਲ ਨੂੰ ਸਮਝਣਾ, ਕਿਸਾਨ ਆਪਣਾ ਸੰਘਰਸ਼ ਨਹੀਂ ਲੜ ਰਹੇ, ਮੇਰਾ ਵੀ ਲੜ ਰਹੇ ਨੇ, ਤੁਹਾਡਾ ਵੀ ਲੜ ਰਹੇ ਨੇ। ਮੈਨੂੰ ਇਹ ਪਤਾ ਹੈ ਕਿ ਜੇ ਇਹ ਕਿਸਾਨ ਮੋਰਚਾ ਕਾਮਯਾਬ ਨਾ ਹੋਇਆ, ਇਹ ਕਾਲੇ ਕਾਨੂੰਨ ਰੱਦ ਨਾ ਹੋਏ, MSP ਦਾ ਕਾਨੂੰਨ ਨਾ ਬਣਿਆ, ਤੇ ਜਿਹੜੀ ਕਣਕ ਮੈਂ ਅੱਜ 28 ਰੁਪਏ ਲੈ ਕੇ ਆਟਾ ਖਾ ਰਿਹਾ, ਉਹ ਮੈਨੂੰ 228 ਰੁਪਏ ਵੀ ਲੈਣਾ ਪਏਗਾ। ਲੇਕਿਨ ਉਹ ਸੰਘਰਸ਼ ਦੇ ਨਾਲ ਇਹਨਾਂ ਦਾ ਕੋਈ ਲੰਬਾ ਚੌੜਾ ਸੰਬੰਧ ਨਹੀਂ, ਇੱਕ ਐਸ ਸਿੰਪੈਥਾਈਜ਼ਰ ਗਏ ਨੇ। ਤੇ ਜੇ ਅੱਜ ਉਹਦਾ ਪ੍ਰਭਾਵ ਕੋਈ ਮਾੜਾ ਪੈਂਦਾ ਕਿਸਾਨ ਮੋਰਚੇ ਤੇ ਫਿਰ ਇਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਪਰ ਉਹ ਅਮਨ ਸਿੰਘ ਵਾਲੀ ਜਥੇਬੰਦੀ ਤਾਂ ਕਹਿਣ ਲੱਗੀ ਹੈ ਕਿ ਇਸ ਤਾਂ ਬੇਅਦਬੀਆਂ ਕਾਰਨ ਉਰੇ ਰੁਕੇ ਹੋਏ ਹਾਂ, ਕਿਸਾਨ ਸੰਘਰਸ਼ ਨਾਲ ਸਾਡਾ ਕੋਈ ਸੰਬੰਧ ਨਹੀਂ, ਇੱਦਾਂ ਵੀ ਬਿਆਨ ਦੇ ਰਹੇ ਨੇ। ਨਹੀਂ, ਫਿਰ ਬੇਅਦਬੀਆਂ ਵਾਸਤੇ ਉੱਥੇ ਕਦ ਲਈ ਬੈਠੇ ਆ। ਸਿੰਘੂ ਬਾਰਡਰ ਤੇ ਜੋ ਘਟਨਾ ਵਾਪਰੀ ਹੈ ਉਹ ਆਮ ਘਟਨਾ ਨਹੀਂ। ਇਹ ਸਾਜ਼ਿਸ਼ ਕਿਸਾਨ ਮੋਰਚੇ ਨੂੰ ਢਾਲ ਲਾਉਣ ਲਈ ਘੜੀ ਗਈ ਹੈ। ਇਹ ਕਹਿਣਾ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਦਾ। ਉਹਨਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਮੋਰਚੇ ਨੂੰ ਬਦਨਾਮ ਕਰਨ ਲਈ ਸਾਰਾ ਕੁਝ ਕਰਵਾਇਆ ਗਿਆ ਹੈ। ਭਾਈ ਰਜਿੰਦਰ ਸਿੰਘ ਨੇ ਇਸ ਘਟਨਾਕ੍ਰਮ ਤੇ ਹੋਰ ਵੀ ਸਵਾਲ ਖੜੇ ਕੀਤੇ ਨੇ। ਨਾਂ ਤੇ ਅਹੁਦਾ ਕੀ ਹੈ ਤੇ ਜਥੇਬੰਦੀ ਦਾ ਕੀ ਨਾਮ? ਮੇਰਾ ਨਾਮ ਰਜਿੰਦਰ ਸਿੰਘ ਹੈ ਜੀ, ਔਰ ਸ਼੍ਰੋਮਣੀ ਖਾਲਸਾ ਪੰਚਾਇਤ ਦਾ ਮੁੱਖ ਸੇਵਾਦਾਰ ਹਾਂ, ਮੈਂ ਕਨਵੀਨਰ। ਜੋ ਘਟਨਾ ਵਾਪਰੀ ਹੈ ਸਿੰਘੂ ਬਾਰਡਰ ਤੇ, ਉਹਦੇ ਬਾਰੇ ਤੁਹਾਡੀ ਜਥੇਬੰਦੀ ਦਾ ਕੀ ਪੱਖ ਹੈ? ਜੋ ਘਟਨਾ ਵਾਪਰੀ ਇਹ ਸਾਨੂੰ ਆਮ ਘਟਨਾ ਤਾਂ ਲੱਗਦੀ ਨਹੀਂ, ਇਹ ਤਾਂ ਕੋਈ ਬੜੀ ਵੱਡੀ ਸਾਜ਼ਿਸ਼ ਨਜ਼ਰ ਆ ਰਹੀ ਹੈ, ਜਿਹੜੀ ਕਿ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਦੇ ਵਾਸਤੇ, ਕਿਸਾਨ ਮੋਰਚੇ ਨੂੰ ਢਾਹ ਲਾਉਣ ਦੇ ਵਾਸਤੇ ਘੜੀ ਗਈ ਹੈ। ਕਿਉਂਕਿ ਕਿਸਾਨ ਮੋਰਚਾ ਅੱਜ ਤੱਕ ਜਿਹੜਾ ਬਿਲਕੁਲ ਟੋਟਲੀ ਨਾਨ ਵਾਇਲੈਂਟ ਰਿਹਾ। ਇਹਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਇਤਨਾ ਲੰਬਾ ਚੱਲਣ ਵਾਲਾ ਮੋਰਚਾ, ਉਹਦੇ ਵਿੱਚ ਬਿਲਕੁਲ ਅੱਜ ਤੱਕ ਕੋਈ ਵੀ ਵਾਇਲੈਂਸ ਨਹੀਂ ਹੋਈ ਕਿਸੇ ਤਰ੍ਹਾਂ ਦੀ ਵੀ, ਤੇ ਉਹਨੂੰ ਬਦਨਾਮ ਕਰਨ ਦੇ ਵਾਸਤੇ ਉੱਥੇ ਜਿਹੜਾ ਇਹ ਕਰਾਇਆ ਗਿਆ, ਇੱਕ ਸਾਜ਼ਿਸ਼ ਅਧੀਨ ਕਰਾਇਆ ਗਿਆ। ਸਿਰਫ ਇੰਨਾ ਹੀ ਨਹੀਂ ਕਿ ਬੇਅਦਬੀ ਜਿਹੜੀ ਹੈ ਸਾਜ਼ਿਸ਼ ਅਧੀਨ ਕਰਾਈ ਗਈ ਹੈ। ਮੈਂ ਤਾਂ ਸਮਝਦਾ ਜਿਹੜਾ ਬੰਦਾ ਵੀ ਮਰਵਾਇਆ ਗਿਆ ਉਹ ਸਾਜ਼ਿਸ਼ ਅਧੀਨ ਹੀ ਮਰਵਾਇਆ ਗਿਆ, ਤਾਂ ਕਿ ਉੱਥੇ ਇੱਕ ਕਤਲ ਹੋ ਜਾਏ ਤੇ ਉਹਦਾ ਕਿਸਾਨ ਮੋਰਚੇ ਨੂੰ ਜਿਹੜਾ ਉਹ ਮਾੜਾ ਪ੍ਰਭਾਵ ਪਹੁੰਚੇ, ਉਹਦੇ ਵਾਸਤੇ ਕੀਤਾ ਗਿਆ। ਨਿੰਗ ਜਥੇਬੰਦੀਆਂ ਹੁਣ ਕੀ ਸੋਚਣ, ਕਿਉਂਕਿ ਨਿੰਗ ਜਥੇਬੰਦੀਆਂ ਦੇ ਸਵਾਲ ਖੜੇ ਹੋ ਗਏ ਨੇ ਕਿ ਉਹਨਾਂ ਨੇ ਇਹ ਗਲਤ ਕਾਰਨਾਮਾ ਕੀਤਾ। ਦੇਖੋ ਸਿਰਫ ਜਿਹੜਾ ਉਸ ਬੰਦੇ ਨੂੰ ਮਾਰਿਆ ਉਹ ਗਲਤ ਕਾਰਨਾਮੇ ਤੱਕ ਗੱਲ ਸੀਮਤ ਨਹੀਂ। ਇਹਦੀਆਂ ਜਿਹੜੀਆਂ ਫੋਟੋ ਸਾਹਮਣੇ ਆਈਆਂ ਨੇ ਤੋਮਰ ਦੇ ਨਾਲ, ਹੁਣ ਅਮਨ ਸਿੰਘ ਜਿਹੜਾ ਉਹ ਕਹਿ ਰਿਹਾ ਜੀ ਕਿ ਮੈਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਕਰਨ ਲਈ ਗਿਆ ਸੀ, ਤੇ ਤੋਮਰ ਤੇ ਕ੍ਰਿਸ਼ੀ ਮੰਤਰੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਗੱਲ ਹੋਣੀ ਸੀ ਤੇ ਉਹ ਹੋਮ ਮਿਨਿਸਟਰ ਨਾਲ ਹੋਣੀ ਸੀ ਜਾਂ ਪ੍ਰਾਈਮ ਮਿਨਿਸਟਰ ਨਾਲ ਹੋਣੀ ਸੀ। ਉਹਦਾ ਤਾਂ ਕੋਈ ਰੋਲ ਹੀ ਨਹੀਂ ਉਹਦੇ ਵਿੱਚ। ਕ੍ਰਿਸ਼ੀ ਮੰਤਰੀ ਦਾ ਰੋਲ ਤੇ ਜਿਹੜਾ ਕ੍ਰਿਸ਼ੀ ਨਾਲ ਸੰਬੰਧਿਤ ਗੱਲਾਂ ਦੇ ਨਾਲ ਹੈ, ਔਰ ਉਹ ਕਿਸਾਨ ਮੋਰਚੇ ਨਾਲ ਹੋ ਸਕਦਾ ਹੈ, ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਬਾਰੇ ਹੋ ਸਕਦਾ ਹੈ, MSP ਬਾਰੇ ਹੋ ਸਕਦਾ ਹੈ। ਉਹਦੇ ਵਾਸਤੇ ਉਹ ਕੋਈ ਆਥੋਰਾਈਜੇਸ਼ਨ ਨਹੀਂ ਰੱਖਦਾ ਕੋਈ ਕਿਸਾਨ ਜਥੇਬੰਦੀਆਂ ਵੱਲੋਂ ਜਾਂ ਕੁਛ। ਹੁਣ ਇਹ ਕਿਹਾ ਜਾ ਸਕਦਾ ਜੀ ਕਿ ਉਹ ਵਿਚੋਲਾਪਨ ਕਰਨ ਲਈ ਗਿਆ ਸੀ, ਜਿਵੇਂ ਇੱਕ ਬਾਬਾ ਲਖਬੀਰ ਸਿੰਘ ਨੇ ਪਿੱਛੇ ਕੀਤਾ ਸੀ। ਜੇ ਵਿਚੋਲਾਪਨ ਕਰਨ ਲਈ ਗਿਆ ਸੀ ਤਾਂ ਪਹਿਲਾਂ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲ ਕਰਦਾ ਕਿ ਜੀ ਮੈਂ ਗੱਲ ਕਰਨ ਲਈ ਜਾ ਰਿਹਾ, ਆ ਕੇ ਉਹਨਾਂ ਨਾਲ ਗੱਲ ਕਰਦਾ ਕਿ ਮੇਰੀ ਇਹ ਗੱਲਬਾਤ ਹੋਈ ਹੈ, ਕੀ ਤੁਸੀਂ ਸਹਿਮਤ ਹੋ ਨਹੀਂ ਸਹਿਮਤ ਹੋ। ਕੋਈ ਅੱਜ ਤੱਕ ਉਹਨੇ ਦੱਸਿਆ ਹੀ ਨਹੀਂ, ਨਾ ਉਹਨੇ ਜਾਣ ਤੋਂ ਪਹਿਲੇ ਦੱਸਿਆ ਨਾ ਆ ਕੇ ਦੱਸਿਆ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਬਾਰੇ ਵੀ ਗਿਆ ਸੀ ਤੇ ਫਿਰ ਉਹਦਾ ਫਰਜ਼ ਬਣਦਾ ਸੀ ਜਾਣ ਤੋਂ ਪਹਿਲਾਂ ਕਹਿੰਦਾ ਕਿ ਅਸੀਂ ਚਿੱਠੀਆਂ ਪਾਈਆਂ ਸੀ ਤੇ ਸਾਨੂੰ ਸੱਦਾ ਆਇਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬਾਰੇ ਗੱਲ ਕਰਨ ਲਈ ਜਾ ਰਹੇ ਹਾਂ। ਆ ਕੇ ਦੱਸਦਾ ਕਿ ਕੀ ਗੱਲਬਾਤ ਹੋਈ ਹੈ। ਲੇਕਿਨ ਅੱਜ ਤੱਕ ਉਹ ਪਰਦੇ ਪਾਈ ਰੱਖਿਆ। ਅੱਜ ਹੁਣ ਚਿੱਠੀਆਂ ਚੁੱਕੀ ਫਿਰਦਾ ਜੀ
ਕਿ ਜੀ ਮੈਂ ਚਿੱਠੀਆਂ ਪਾਈਆਂ ਸੀ ਤੇ ਉਸ ਕਰਕੇ ਮੈਨੂੰ ਬੁਲਾਇਆ ਗਿਆ ਸੀ ਤੇ ਮੈਂ ਉਹਦੇ ਬਾਰੇ ਗੱਲ ਕਰਨ ਲਈ ਗਿਆ ਸੀ। ਇਹ ਸਾਰੀਆਂ ਗੱਲਾਂ ਆਪਣੇ ਆਪ ਦੇ ਵਿੱਚ ਪਤਾ ਲੱਗ ਰਿਹਾ ਕਿ ਉਹ ਝੂਠ ਬੋਲ ਰਿਹਾ, ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਲੁਕਾਉਂਦਾ ਬੰਦਾ ਉਦੋਂ ਹੀ ਹੈ ਜਦੋਂ ਉਹਦੇ ਮਨ ਦੇ ਵਿੱਚ ਪਾਪ ਹੁੰਦਾ ਹੈ। ਔਰ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਘੜੀ ਗਈ ਹੈ, ਔਰ ਉਹਦੇ ਵਿੱਚ ਸਰਕਾਰ ਦਾ ਹੱਥ, ਸਰਕਾਰੀ ਏਜੰਸੀਆਂ ਦਾ ਹੱਥ ਜਿਹੜਾ ਉਹ ਸਾਫ਼ ਨਜ਼ਰ ਆ ਰਿਹਾ। ਤੇ ਪਿੰਕੀ ਕੈਟ ਦਾ ਨਾਲ ਹੋਣਾ ਇਹ ਵੀ ਵੱਡੇ ਸਵਾਲ ਖੜੇ ਇਹ ਆਪਣੇ ਆਪ ਦੇ ਵਿੱਚ ਇੱਕ ਸਾਜ਼ਿਸ਼ ਦਾ ਹਿੱਸਾ ਹੈ ਨਾ, ਇਹ ਆਪਣੇ ਆਪ ਸਬੂਤ ਹੈ ਇੱਕ ਸਾਜ਼ਿਸ਼ ਦਾ, ਕਿਉਂਕਿ ਪਿੰਕੀ ਜਿਹੜਾ ਹੈ ਉਹ ਇਸ ਗੱਲ ਵਾਸਤੇ ਮਸ਼ਹੂਰ ਹੈ ਕਿ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਕਰਿਆ ਪਿੰਕੀ ਕਰਦਾ। ਕੈਟ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਦਾ ਹੈ। ਪੁਲਿਸ ਅਧਿਕਾਰੀਆਂ ਤੇ ਤਾਂ ਦੋਸ਼ ਲਾਉਂਦਾ ਕਿ ਫੇਕ ਐਨਕਾਊਂਟਰ ਹੋਏ। ਪਿੰਕੀ ਦੀ ਕੀ ਭੂਮਿਕਾ ਰਹੀ ਸੀ ਖੜਕੂਬਾਦ ਵੇਲੇ, ਤੁਸੀਂ ਕਿਉਂਕਿ ਸਰਗਰਮ ਸੀ ਉਹਨਾਂ ਦਿਨਾਂ 'ਚ? ਨਹੀਂ ਦੇਖੋ, ਗੱਲ ਹੈ ਪਹਿਲਾਂ ਤਾਂ ਉਹ ਖਾੜਕੂ ਸਫਾ ਦੇ ਵਿੱਚ ਸੀ, ਉਹਦੇ ਬਾਅਦ ਉਹ ਸਰਕਾਰ ਨਾਲ ਰਲ ਗਿਆ। ਸਰਕਾਰ ਨਾਲ ਰਲ ਕੇ ਉਹਨੇ ਇਤਨੇ ਸਿੱਖਾਂ ਦਾ ਘਾਣ ਕਰਾਇਆ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ, ਜਿਹਦਾ ਲੇਖਾ ਉਹ ਆਪ ਹੀ ਦੇ ਸਕਦਾ ਹੈ। ਔਰ ਉਹਦੇ ਬਾਅਦ ਅਖੀਰ ਤੱਕ ਅੱਜ ਤੱਕ ਉਹ ਸਰਗਰਮ ਹੈ, ਸਰਕਾਰ ਦੇ ਹੱਕ 'ਚ ਹੀ ਭੁਗਤਦਾ ਰਿਹਾ, ਕਿਉਂਕਿ ਇੱਕ ਕੇਸ ਉਹਦੇ ਉੱਤੇ ਇਹੋ ਜਿਹਾ ਹੋ ਗਿਆ ਜਿਹਦੇ ਵਿੱਚ ਸਜ਼ਾ ਹੋ ਗਈ, ਉਹਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਲੇਕਿਨ ਉਹ ਬਾਹਰ ਆਉਣ ਤੋਂ ਬਾਅਦ ਉਹਨੇ ਦੀਆਂ ਸਰਗਰਮੀਆਂ ਔਰ ਸਰਕਾਰ ਨਾਲ ਉਹਦੀ ਗੱਠਜੋੜ ਜਿਹੜੀ ਹੈ ਉਹ ਐਜ਼ ਇਟ ਇਜ਼ ਸ਼ਾਮਲ ਹੈ। ਇਹ ਜਿਹੜਾ ਇਹਦੇ ਵਿੱਚ ਉਹਦੀ ਫੋਟੋ ਆਉਣਾ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਉਹਦੀ ਜਿਹੜੀ ਹੈ ਸਰਕਾਰ ਨਾਲ ਗੱਲਬਾਤ ਜਿਹੜੀ ਹੈ ਉਹ ਪੂਰੀ ਤਰ੍ਹਾਂ ਚੱਲ ਰਹੀ ਹੈ, ਔਰ ਉਹਨਾਂ ਦੇ ਬਿਹਾਫ ਦੇ ਉੱਤੇ ਹੀ ਉਹ ਕੰਮ ਕਰ ਰਿਹਾ। ਜਿਹੜਾ ਪਿੰਕੀ ਕੈਟ ਸਪਸ਼ਟੀਕਰਨ ਦੇ ਰਿਹਾ ਕਿ ਮੈਂ ਸੁਖਮਿੰਦਰਪਾਲ ਗਰੇਵਾਲ ਦਾ ਰਿਸ਼ਤੇਦਾਰ ਹਾਂ, ਮੈਂ ਕੋਈ ਕੰਮ ਗਿਆ ਸੀ ਉਹਦੇ ਨਾਲ, ਬਾਬਾ ਅਮਨਦੀਪ ਤਾਂ ਵੈਸੀ ਨਾਲ ਸਾਡੇ ਚੱਲ ਗਿਆ, ਉਹ ਸਪਸ਼ਟੀਕਰਨ ਤਾਂ ਉਹਨੂੰ ਹਜ਼ਮ ਆਉਂਦਾ ਹੈ? ਸਹੀ ਕਹਿ ਰਿਹਾ ਪਿੰਕੀ ਕਿ ਨਹੀਂ? ਖੋਖਰ ਜੀ, ਤੁਸੀਂ ਤੇ ਪੱਤਰਕਾਰ ਹੋ, ਕਿਸੇ ਕੇਂਦਰੀ ਮੰਤਰੀ ਨੂੰ ਮਿਲਣ ਦੇ ਵਾਸਤੇ ਬੰਦਿਆਂ ਦੇ ਨਾਂ ਲਿਖੇ ਜਾਂਦੇ ਨੇ, ਉਹਨਾਂ ਦਾ ਪਹਿਲਾਂ ਪਤਾ ਕੀਤਾ ਜਾਂਦਾ ਕੌਣ ਨੇ, ਉਹਨਾਂ ਦੀ ਰਿਪੋਰਟ ਹੁੰਦੀ ਹੈ ਇੱਕ, ਜਾਂ ਬੰਦੇ ਜਿਹੜੇ ਰੈਗੂਲਰ ਮਿਲਣ ਵਾਲੇ ਨੇ, ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ, ਉਹ ਜਾ ਸਕਦੇ ਨੇ। ਇੰਜ ਨਹੀਂ ਹੁੰਦਾ ਕਿ ਰਾਹ ਜਾਂਦੇ ਬੰਦੇ ਨੂੰ ਕਿਹਾ ਮੈਂ ਮਿਲਣ ਲਈ ਚਲਿਆ, ਆ ਜਾ ਤੂੰ ਵੀ ਆ ਜਾ। ਕੋਈ ਤੁਹਾਡੇ ਜਾਂ ਮੇਰੇ ਘਰ ਥੋੜ੍ਹੀ ਆ ਰਿਹਾ ਸੀ, ਇਹ ਕੇਂਦਰੀ ਮੰਤਰੀ ਨੂੰ ਮਿਲਣ ਲਈ ਜਾ ਰਿਹਾ ਸੀ। ਇਹਦਾ ਬਿਲਕੁਲ ਕੋਈ ਇਸ ਗੱਲ ਨਾਲ ਸੰਬੰਧ ਨਹੀਂ, ਇਹ ਆਪਣੇ ਆਪ 'ਚ ਝੂਠ ਹੈ। ਠੀਕ ਹੈ। ਤੇ ਕੱਲ੍ਹ ਤੱਕ ਸਾਹਿਬ ਕੀ ਐਕਸ਼ਨ ਲੈਣ, ਕਿਉਂਕਿ ਗੱਲ ਵੱਡੀ ਆ, ਸਵਾਲ ਖੜੇ ਹੋ ਗਏ ਨੇ ਨਿਹੰਗ ਜਥੇਬੰਦੀਆਂ ਉੱਤੇ ਤੇ ਕੇਂਦਰ ਸਰਕਾਰ ਉੱਤੇ, ਕੀ ਹੋਣਾ ਚਾਹੀਦਾ ਤੇ ਜਾਂਚ ਕੌਣ ਕਰੇ? ਨਹੀਂ, ਇਹਦੀ ਬਹੁਤ ਗਹਿਰਾਈ ਜਾਂਚ ਹੋਣੀ ਚਾਹੀਦੀ ਹੈ, ਪਰ ਜਿਸ ਵੇਲੇ ਕੇਂਦਰ ਸਰਕਾਰ ਆਪ ਵਿੱਚ ਸ਼ਾਮਲ ਨਜ਼ਰ ਆਉਂਦੀ ਪਈ ਹੈ ਤੇ ਇਨਕੁਆਇਰੀ ਕੌਣ ਕਰਾਏਗਾ? ਜੇ ਕੇਂਦਰੀ ਏਜੰਸੀਆਂ ਕੋਈ ਇਨਕੁਆਇਰੀ ਕਰਨਗੀਆਂ ਵੀ ਤਾਂ ਕੀ ਉਹ ਨਿਰਪੱਖ ਹੋਏਗੀ? ਉਹ ਸਰਕਾਰ ਦੇ ਪ੍ਰਭਾਵ ਥੱਲੇ ਉਹਨਾਂ ਦੇ ਮੁਤਾਬਕ ਨਹੀਂ ਕਰਨਗੇ। ਇਹ ਤਾਂ ਕੋਈ ਪਾਰਲੀਮੈਂਟਰੀ ਬੋਰਡ ਬਣੇ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ, ਜਾਂ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜਾਂ ਰਿਟਾਇਰਡ ਜੱਜ ਕੋਲੋਂ ਇਨਕੁਆਇਰੀ ਕਰਾਈ ਜਾਏ ਤਾਂ ਇਹ ਸੱਚ ਸਾਹਮਣੇ ਆਵੇ। ਲੇਕਿਨ ਮੈਨੂੰ ਐਸੀ ਤਾਂ ਆਸ ਕੋਈ ਨਹੀਂ। ਹਾਂ, ਮੈਨੂੰ ਇਹ ਆਸ ਹੈ ਕਿ ਤੁਹਾਡੇ ਵਰਗਾ ਪੱਤਰਕਾਰ ਵੀਰ ਜਿਹੜਾ ਹੈ ਉਹ ਇਸ ਖੋਜ ਦੇ ਵੀ ਲੱਗ ਜਾਏਗਾ, ਕਿਉਂਕਿ ਪੱਤਰਕਾਰ ਤਾਂ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਖੋਜ ਕੱਢ ਲਿਆਉਂਦੇ ਨੇ, ਤੇ ਹੋ ਸਕਦਾ ਕੱਲ੍ਹ ਨੂੰ ਕੋਈ ਪੱਤਰਕਾਰ ਵੀਰ ਜਿਹੜਾ ਹੈ ਇਸ ਸੱਚਾਈ ਨੂੰ ਸਾਹਮਣੇ ਲੈ ਆਵੇ। ਤੇ ਜਿਹੜਾ ਸਿੱਖ ਦਾ ਇੱਕ ਅਕਸ਼ ਬਣਿਆ ਹੋਇਆ ਕਿ ਉਹ ਲੋਕਾਂ ਦੀ ਹਮਾਇਤ ਦਾ, ਵੱਧ ਅਧਿਕਾਰਾਂ ਦਾ ਹਾਮੀ ਹੈ, ਪਰ ਜਿਸ ਤਰ੍ਹਾਂ ਬੇਰਹਿਮੀ ਨਾਲ ਇੱਕ ਨੌਜਵਾਨ ਦਾ ਸਿੰਘੂ ਬਾਰਡਰ ਤੇ ਕਤਲ ਕੀਤਾ ਜਾਂਦਾ ਹੈ, ਉਹਨੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਸਿੱਖ ਦਾ ਅਕਸ ਨੈਸ਼ਨਲ ਲੈਵਲ ਤੇ ਵੀ ਥੋੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਖੋਖਰ ਜੀ, ਜਿਸ ਤਰ੍ਹਾਂ ਨਾਲ ਕੀਤਾ ਗਿਆ ਉਹ ਤਾਂ ਬਹੁਤ ਦੁਖਦਾਈ ਹੈ, ਉਹਦੇ ਨਾਲ ਸਿੱਖ ਇਮੇਜ ਨੂੰ ਬਿਲਕੁਲ ਨੁਕਸਾਨ ਪਹੁੰਚਿਆ। ਪਹਿਲਾਂ ਬੰਦੇ ਦੇ ਅੰਗ ਵੱਢ ਦੇਣੇ, ਫਿਰ ਉਹਨੂੰ ਟੰਗ ਦੇਣਾ, ਉਹ ਨਹੀਂ। ਲੇਕਿਨ ਇਹ ਦੋ ਬੜੇ ਸੂਖਸ਼ਮ ਜਿਹੇ ਇਸ਼ੂ ਨੇ। ਜਿਸ ਵੇਲੇ ਨਿਆਂ ਪ੍ਰਣਾਲੀ ਫੇਰ ਹੋ ਜਾਏ ਤੇ ਸਿੱਖ ਤੇ ਰਿਐਕਟ ਕਰ ਦੇਣਾ ਕੋਈ ਵੱਡੀ ਗੱਲ ਨਹੀਂ, ਕਿਉਂਕਿ ਸਿੱਖ ਪਹਿਲਾਂ ਇੰਤਜ਼ਾਰ ਕਰਦਾ ਹੈ ਕਿ ਨਿਆਂ ਹੋਵੇ, ਅਦਾਲਤ ਦੇ ਉੱਤੇ ਆਸ ਰੱਖਦਾ ਹੈ। ਜਿਸ ਵੇਲੇ ਅਦਾਲਤ ਫੇਲ ਹੋ ਜਾਂਦੀ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ 1978 ਦੀ ਨਿਰੰਕਾਰੀ ਕਾਂਡ ਦੀ। ਨਿਰੰਕਾਰੀ ਕਾਂਡ ਦੇ ਵਿੱਚ ਜਿਸ ਵੇਲੇ ਕੇਸ ਚੱਲਦਾ ਰਿਹਾ, ਜਿੰਨੀ ਦੇਰ ਕੇਸ ਚੱਲਦਾ ਰਿਹਾ, ਗੁਰਬਚਨ ਸਿੰਘ ਨੂੰ ਕਿਸੇ ਸਿੱਖ ਨੇ ਕੁਝ ਨਹੀਂ ਆਖਿਆ। ਸਿੱਖ ਇਸ ਇੰਤਜ਼ਾਰ ਦੇ ਵਿੱਚ ਸੀ ਕਿ ਨਿਆਂ ਹੋਵੇਗਾ। ਜਦੋਂ ਅਦਾਲਤ ਫੇਲ ਹੋ ਗਈ, ਅਦਾਲਤ ਉਹਨੂੰ ਸਿੱਖ ਨੂੰ ਨਿਆਂ ਨਹੀਂ ਦੇ ਸਕੀ, ਉਹਨੂੰ ਸਜ਼ਾ ਨਹੀਂ ਦੇ ਸਕੀ, ਫਿਰ ਸਿੱਖ ਨੇ ਸਜ਼ਾ ਦਿੱਤੀ। ਔਰ ਫਿਰ ਜਿਸ ਵੇਲੇ ਨਿਆਂ ਪ੍ਰਣਾਲੀ ਕੋਲ ਸਿਸਟਮ ਹੈ, ਉਹ ਕਸੂਰ ਦੇ ਮੁਤਾਬਕ ਸਜ਼ਾ ਦੇ ਸਕਦਾ, ਕਿਸੇ ਨੂੰ 15 ਦਿਨ ਦੀ, ਕਿਸੇ ਨੂੰ 2 ਦਿਨ ਦੀ, ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਦੇ ਸਕਦਾ, ਕਿਸੇ ਨੂੰ ਸਜ਼ਾਏ ਮੌਤ ਵੀ ਦੇ ਸਕਦਾ। ਲੇਕਿਨ ਜਿਸ ਵੇਲੇ ਦੁਨਿਆਵੀ ਬੰਦੇ ਨੇ ਨਿਆਂ ਕਰਨਾ ਹੁੰਦਾ, ਉਹਦੇ ਕੋਲ ਇੱਕੋ ਨਿਆਂ ਹੁੰਦਾ, ਫਿਰ ਉਹਨੂੰ ਸਜ਼ਾਏ ਮੌਤ ਦੇਣਾ। ਉਹ ਉਹਨੂੰ ਸਜ਼ਾਏ ਮੌਤ ਦੇ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਖ ਕੇ ਇਸ ਗੱਲ ਦੇ ਮੱਦੇ ਨਜ਼ਰ ਕਿ 7 ਸਾਲ ਤੋਂ ਉੱਤੇ ਹੋ ਗਏ ਨੇ, ਇੱਕ ਵੀ ਕੇਸ ਦੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੋਈ, ਕਿਸੇ ਦਾ ਭਾਵਕ ਹੋ ਕੇ ਸਜ਼ਾ ਦੇ ਦੇਣਾ ਵੱਡੀ ਗੱਲ ਨਹੀਂ। ਲੇਕਿਨ ਇਹ ਇਸ ਗੱਲ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ। ਸਿੱਖ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ,
ਔਰ ਇਹ ਫੈਸਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਗਏ ਨੇ। ਇਹਨੂੰ ਬਦਲਣ ਦਾ ਕਿਸੇ ਨੂੰ ਅਧਿਕਾਰ ਨਹੀਂ। ਜੇ ਐਸਾ ਕਰ ਰਿਹਾ ਕੋਈ, ਕਿਸੇ ਹੋਰ ਗ੍ਰੰਥ ਨੂੰ ਗੁਰੂ ਕਹਿ ਰਿਹਾ, ਤਾਂ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਤਾਂ ਕਰ ਹੀ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਨਿਰਾਦਰ ਕਰ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਬਾਹਰ ਜਾ ਕੇ। ਤੇ ਇੱਥੇ ਉਹ ਗੱਲ ਨਿਹੰਗ ਜਥੇਬੰਦੀਆਂ ਦੇ ਆਗੂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੇ ਇਕੱਠ ਵੀ ਰੱਖਿਆ ਹੁਣ 27 ਤਰੀਕ ਨੂੰ, ਕੀ ਫੈਸਲੇ ਕਰਨ, ਕਿਉਂਕਿ ਵਿਵਾਦ ਵੱਡਾ ਹੈ। ਦੇਖੋ ਜੀ, ਗੱਲ ਇਹ ਹੈ, ਇੱਕ ਸੰਘਰਸ਼ ਹੈ ਕਿਸਾਨਾਂ ਦਾ, ਹਾਲਾਂਕਿ ਇਹਦਾ ਅਸਰ ਕਿਸਾਨਾਂ ਤੱਕ ਸੀਮਤ ਨਹੀਂ। ਇਹ ਗੱਲ ਨੂੰ ਸਮਝਣਾ, ਕਿਸਾਨ ਆਪਣਾ ਸੰਘਰਸ਼ ਨਹੀਂ ਲੜ ਰਹੇ, ਮੇਰਾ ਵੀ ਲੜ ਰਹੇ ਨੇ, ਤੁਹਾਡਾ ਵੀ ਲੜ ਰਹੇ ਨੇ। ਮੈਨੂੰ ਇਹ ਪਤਾ ਹੈ ਕਿ ਜੇ ਇਹ ਕਿਸਾਨ ਮੋਰਚਾ ਕਾਮਯਾਬ ਨਾ ਹੋਇਆ, ਇਹ ਕਾਲੇ ਕਾਨੂੰਨ ਰੱਦ ਨਾ ਹੋਏ, MSP ਦਾ ਕਾਨੂੰਨ ਨਾ ਬਣਿਆ, ਤੇ ਜਿਹੜੀ ਕਣਕ ਮੈਂ ਅੱਜ 28 ਰੁਪਏ ਲੈ ਕੇ ਆਟਾ ਖਾ ਰਿਹਾ, ਉਹ ਮੈਨੂੰ 228 ਰੁਪਏ ਵੀ ਲੈਣਾ ਪੈ ਸਕਦਾ। ਬਿਲਕੁਲ, ਉਹਦਾ ਪ੍ਰਭਾਵ ਜਿਹੜਾ ਸਾਡੇ ਸਾਰਿਆਂ 'ਤੇ ਪੈਣਾ। ਉਹ ਤਾਂ ਸਾਰੀ ਕੌਮ ਦੀ ਲੜਾਈ ਲੜ ਰਹੇ ਨੇ, ਸਾਰੇ ਦੇਸ਼ ਦੇ ਨਾਗਰਿਕਾਂ ਦੀ, ਭਾਰਤ ਦੇ ਨਾਗਰਿਕਾਂ ਦੀ ਲੜਾਈ ਲੜ ਰਹੇ ਨੇ। ਬੜਾ ਵੱਡਾ ਸੰਘਰਸ਼ ਹੈ, ਲੇਕਿਨ ਉਹ ਸੰਘਰਸ਼ ਦੇ ਨਾਲ ਇਹਨਾਂ ਦਾ ਕੋਈ ਲੰਬਾ ਚੌੜਾ ਸੰਬੰਧ ਨਹੀਂ। ਇੱਕ ਐਸ ਸਿੰਪੈਥਾਈਜ਼ਰ ਗਏ ਨੇ, ਤੇ ਜੇ ਅੱਜ ਉਹਦਾ ਪ੍ਰਭਾਵ ਕੋਈ ਮਾੜਾ ਪੈਂਦਾ ਕਿਸਾਨ ਮੋਰਚੇ 'ਤੇ, ਤਾਂ ਫਿਰ ਇਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਠੀਕ, ਇਹਨਾਂ ਨੂੰ ਚਾਹੀਦਾ ਕਿ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕਰਨ, ਉਹਨਾਂ ਨਾਲ ਦਿਲ ਖੋਲ੍ਹ ਕੇ ਗੱਲ ਕਰਨ। ਜੇ ਕਿਸਾਨ ਆਗੂ ਇਹ ਸਮਝਦੇ ਨੇ ਕਿ ਉਹਨਾਂ ਦੇ ਇੱਥੇ ਰਹਿਣ ਨਾਲ ਮੋਰਚੇ ਨੂੰ ਕੋਈ ਨੁਕਸਾਨ ਹੈ, ਉਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ। ਜੇ ਉਹ ਸਮਝਦੇ ਨੇ ਵੀ ਸਾਨੂੰ ਕੋਈ ਨੁਕਸਾਨ ਨਹੀਂ ਜਾਂ ਤੁਹਾਡੇ ਰਹਿਣ ਨਾਲ ਫਾਇਦਾ ਹੈ, ਤਾਂ ਫਿਰ ਟਿਕੇ ਰਹਿਣ। ਪਰ ਮੈਂ ਸਮਝਦਾ ਕਿ ਇਸ ਵੇਲੇ ਜਿਹੜੇ ਹਾਲਾਤ ਬਣ ਗਏ ਨੇ, ਇਹਨਾਂ ਨੂੰ ਉੱਥੇ ਵਾਪਸ ਆ ਜਾਣਾ। ਪਰ ਉਹ ਅਮਨ ਸਿੰਘ ਵਾਲੀ ਜਥੇਬੰਦੀ ਤਾਂ ਕਹਿਣ ਲੱਗੀ ਹੈ ਕਿ ਇਸ ਤਾਂ ਬੇਅਦਬੀਆਂ ਕਾਰਨ ਉਰੇ ਰੁਕੇ ਹੋਏ ਆ, ਕਿਸਾਨ ਸੰਘਰਸ਼ ਨਾਲ ਸਾਡਾ ਕੋਈ ਸੰਬੰਧ ਨਹੀਂ, ਇੱਦਾਂ ਵੀ ਬਿਆਨ ਦੇ ਰਹੇ ਨੇ। ਨਹੀਂ, ਫਿਰ ਬੇਅਦਬੀਆਂ ਵਾਸਤੇ ਉੱਥੇ ਕਦ ਲਈ ਬੈਠੇ? ਉੱਥੇ ਕਦ ਲਈ ਬੈਠੇ? ਇੱਥੇ ਫਿਰ ਆਪਣਾ ਅਲੱਗ ਮੋਰਚਾ ਲਾ ਲੈਣ। ਖੋਖਰ ਜੀ, ਤੁਸੀਂ ਇੱਕ ਨਵਾਂ ਟੌਪਿਕ ਛੇੜ ਦਿੱਤਾ ਹੈ। ਕਿਸਾਨ ਮੋਰਚੇ ਦੀ ਕਾਮਯਾਬੀ ਜਿਹੜੀ ਹੈ, ਉਹ ਬਹੁਤਾਂ ਨੂੰ ਤਕਲੀਫਦੇਹ ਹੈ। ਬਹੁਤ ਸਾਰੀਆਂ ਜਥੇਬੰਦੀਆਂ ਸਿੱਖਾਂ ਦੇ ਵਿੱਚ ਉਸ ਕਿਸਾਨ ਮੋਰਚੇ ਨੂੰ ਆਪਣੇ ਹਿੱਤ ਦੇ ਵਿੱਚ ਭੁਗਤਾਉਣਾ ਚਾਹੁੰਦੀਆਂ ਨੇ, ਉਹਨੂੰ ਕੈਪਚਰ ਕਰਨਾ ਚਾਹੁੰਦੀਆਂ ਨੇ, ਲੀਡਰਸ਼ਿਪ ਕੈਪਚਰ ਕਰਨਾ ਚਾਹੁੰਦੀਆਂ ਨੇ। ਮੋਰਚਾ ਲੱਗਾ ਹੋਇਆ, ਕਾਮਯਾਬ ਹੋਇਆ, ਕੈਪਚਰ ਕਰਨਾ ਚਾਹੁੰਦੀਆਂ ਨੇ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੀਦਾ, ਪਰ ਇੱਕ ਨਹੀਂ, ਬਥੇਰੀਆਂ ਇਹੋ ਜਿਹੀਆਂ ਜਥੇਬੰਦੀਆਂ ਨੇ। ਇਹ ਕਿਸਾਨ ਮੋਰਚੇ ਦੇ ਆਗੂਆਂ ਦੀ ਸਿਆਣਪ ਹੈ ਕਿ ਉਹਨਾਂ ਨੇ ਅੱਜ ਤੱਕ ਇਹ ਹੋਣ ਨਹੀਂ ਦਿੱਤਾ, ਔਰ ਉਹਨਾਂ ਨੇ ਇਹਨੂੰ ਪੰਜਾਬ ਦਾ ਜਾਂ ਸਿੱਖ ਕੌਮ ਦਾ ਲੜਾਈ ਨਹੀਂ ਬਣਾਇਆ, ਜਿਹੜੀ ਕਿ ਹੈ ਨਹੀਂ। ਸਿੱਖ ਨੂੰ ਆਪਣੀ ਲੜਾਈ ਲੜਨ ਦਾ ਹੱਕ ਹੈ। ਸਾਡੇ ਬੜੇ ਇਸ਼ੂ ਨੇ, ਉਹ ਲੜੇ ਜਾ ਸਕਦੇ ਨੇ, ਲੇਕਿਨ ਇਸ ਵੇਲੇ ਜਿਹੜਾ ਇਹ ਮੋਰਚਾ ਚੱਲ ਰਿਹਾ, ਇਹ ਕਿਸਾਨਾਂ ਦਾ ਆਰਥਿਕ ਮੁੱਦਾ ਹੈ। ਤੇ ਆਖਰੀ ਸਵਾਲ, ਸਿੰਘੂ ਬਾਰਡਰ ਤੇ ਜਿਹੜੀ ਘਟਨਾ ਵਾਪਰੀ ਹੈ, ਉਹਦੀ ਜਾਂਚ ਕੌਣ ਕਰੇ ਤਾਂ ਕਿ ਲੋਕਾਂ ਨੂੰ ਸੱਚਾਈ ਸਾਹਮਣੇ ਆਵੇ? ਉਹ ਤਾਂ ਮੈਂ ਹੁਣੇ ਬੇਨਤੀ ਕੀਤੀ ਜੀ, ਵੀ ਜਾਂ ਤਾਂ ਕੋਈ ਪਾਰਲੀਮੈਂਟਰੀ ਬੋਰਡ ਬਣੇ ਜਿਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਮੈਂਬਰ ਹੋਣ, ਸੰਸਦ ਮੈਂਬਰ ਹੋਣ, ਉਹ ਕੋਈ ਕਮੇਟੀ ਬਣਾ ਕੇ ਇਨਕੁਆਇਰੀ ਕਰਾਉਣ, ਤੇ ਜਾਂ ਫਿਰ ਸੁਪਰੀਮ ਕੋਰਟ ਦਾ ਕੋਈ ਸਿਟਿੰਗ ਜਾਂ ਰਿਟਾਇਰਡ ਜੱਜ ਕਰੇ, ਤਾਂ ਹੀ ਕੋਈ ਆਸ ਕੀਤੀ ਜਾ ਸਕਦੀ ਹੈ ਵੀ ਸੱਚਾਈ ਸਾਹਮਣੇ ਆਵੇ। ਅਦਰਵਾਈਜ਼ ਸਰਕਾਰ ਕੋਲੋਂ ਮੈਂ ਆਸ ਨਹੀਂ ਰੱਖਦਾ, ਕਿਉਂਕਿ ਸਰਕਾਰ ਜਿਹੜੀ ਆਪ ਵਿੱਚ ਇਨਵੋਲਵਡ ਨਜ਼ਰ ਆਉਂਦੀ ਪਈ ਹੈ, ਉਹ ਆਪਣੇ ਖਿਲਾਫ ਇਨਕੁਆਇਰੀ ਕਾਹਦੀ ਕਰਾਏਗੀ? ਤੇ ਜੇ ਕਰਾਏਗੀ ਵੀ, ਤੇ ਉਹਨਾਂ ਦੀਆਂ ਏਜੰਸੀਆਂ ਉਹ ਕਿੰਨਾ ਕੁ ਨਿਆਂ ਦੇ ਸਕਣਗੀਆਂ, ਮੈਨੂੰ ਉਹਦੇ ਬਾਰੇ ਸ਼ੱਕ ਹੈ। ਸਿੰਘੂ ਬਾਰਡਰ ਤੇ ਵਾਪਰੀ ਘਟਨਾ ਦੀ ਜਾਂਚ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਵੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਮਾਮਲਾ ਕੀ ਮੋੜ ਲੈਂਦਾ ਹੈ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ, D5 ਚੈਨਲ ਪੰਜਾਬੀ ਤੇ।